ਇੱਕ ਵਾਰੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ ਲਈ ਤਿਆਰ ਹੋਏ ਤਾਂ ਉਹਨਾਂ ਦੇ ਨਾਲ 1000 ਸੂਰਮੇ, ਜਿਨ੍ਹਾਂ ਵਿੱਚ ਭਾਈ ਬਿਧੀ ਚੰਦ, ਭਾਈ ਜੇਠਾ ਜੀ, ਭਾਈ ਭਾਨਾ ਜੀ, ਭਾਈ ਸਾਧੂ ਜੀ ਤੇ ਪੈਂਦੇ ਖਾਂ ਵੀ ਨਾਲ ਚੱਲ ਪਿਆ। ਇਹ ਸਾਰੇ ਜਾਣੇ ਗੁਰੂ ਜੀ ਦੇ ਨਾਲ ਆਪਣੇ ਫੁਰਤੀਲੇ ਘੋੜਿਆਂ ਨੂੰ ਦੜਾਉਂਦੇ ਹੋਏ ਇੱਕ ਜੰਗਲ ਵਿੱਚ ਚਲੇ ਗਏ ਤੇ ਸ਼ਿਕਾਰ ਖੇਡਣ ਤੋਂ ਬਾਅਦ ਗੁਰੂ ਜੀ ਸਮੇਤ ਸਾਰੇ ਸਿੱਖ ਵਡਾਲੀ ਪਿੰਡ ਨੂੰ ਆ ਗਏ। ਵਡਾਲੀ ਪਿੰਡ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਸਥਾਨ ਹੈ। ਉਸ ਵੇਲੇ ਗੁਰੂ ਜੀ ਨੇ ਸਾਰਿਆਂ ਨੂੰ ਸੁਣਾ ਕੇ ਕਿਹਾ ਕਿ ਇਸ ਪਿੰਡ ਵਿੱਚ ਅਸੀਂ ਜਨਮ ਲਿਆ ਸੀ ਤੇ ਇੱਥੇ ਹੀ ਖੇਡ ਕੇ ਜਵਾਨ ਹੋਏ ਹਾਂ। ਤਾਂ ਗੁਰੂ ਜੀ ਦਾ ਜਨਮ ਸਥਾਨ ਹੋਣ ਦੇ ਕਰਕੇ ਉੱਥੇ ਮੌਜੂਦ ਸਾਰੇ ਸਿੱਖਾਂ ਨੇ ਉਸ ਥਾਂ ਦੇ ਦਰਸ਼ਨ ਕੀਤੇ ਤੇ ਹੱਥ ਜੋੜ ਕੇ ਉਸ ਥਾਂ ਨੂੰ ਨਮਸਕਾਰ ਕੀਤੀ ਤੇ ਇੱਕ ਖਾਲੀ ਥਾਂ ਤੇ ਬੈਠ ਕੇ ਗੁਰੂ ਜੀ ਦੀਆਂ ਬਾਲ ਅਵਸਥਾਵਾਂ ਦੀਆਂ ਗੱਲਾਂ ਨੂੰ ਬੜੇ ਪਿਆਰ ਨਾਲ ਤਾਜ਼ਾ ਕੀਤਾ। ਜਦੋਂ ਸ਼ਾਮਾਂ ਪੈ ਗਈਆਂ ਤਾਂ ਗੁਰੂ ਜੀ ਉੱਥੋਂ ਤੁਰਨ ਲੱਗੇ ਤਾਂ ਇੱਕ ਕਿਸਾਨ ਗੁਰੂ ਜੀ ਦੇ ਘੋੜੇ ਅੱਗੇ ਆਣ ਕੇ ਖੜਾ ਹੋ ਗਿਆ ਤੇ ਗੁਰੂ ਜੀ ਨੂੰ ਬੇਨਤੀ ਕਰਨ ਲੱਗਾ ਕਿ ਗੁਰੂ ਜੀ, ਇਸ ਇਲਾਕੇ ਵਿੱਚ ਇੱਕ ਬਹੁਤ ਵੱਡਾ ਸੂਰ ਰਹਿੰਦਾ ਹੈ ਜਿਹੜਾ ਕਿ ਸਾਡੀਆਂ ਫਸਲਾਂ ਨੂੰ ਉਜਾੜਦਾ ਹੈ ਤੇ ਉਸ ਖੁੰਖਾਰ ਸੂਰ ਨੇ ਕਈ ਸਾਰੇ ਲੋਕਾਂ ਨੂੰ ਵੀ ਜ਼ਖਮੀ ਕੀਤਾ ਹੋਇਆ ਹੈ, ਜਿਸ ਕਰਕੇ ਸਾਡੇ ਸਾਰੇ ਪਿੰਡ ਦੇ ਲੋਕ ਉਸ ਖੁੰਖਾਰ ਸੂਰ ਦੇ ਖੌਫ ਵਿੱਚ ਹਨ। ਕਿਰਪਾ ਕਰਕੇ ਆਪ ਜੀ ਉਸ ਸੂਰ ਦਾ ਸ਼ਿਕਾਰ ਕਰੋ ਤੇ ਸਾਨੂੰ ਉਸ ਦੇ ਖੌਫ ਤੋਂ ਮੁਕਤ ਕਰਵਾਓ। ਕਿਸਾਨ ਦੇ ਮੂੰਹੋਂ ਇਹ ਗੱਲ ਸੁਣ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸਾਥੀਆਂ ਸਮੇਤ ਸੂਰ ਨੂੰ ਲੱਭਣ ਲਈ ਚੱਲ ਪਏ। ਸੂਰ ਦੀ ਪੈੜ ਤੇ ਚਲਦਿਆਂ ਚਲਦਿਆਂ ਜਦੋਂ ਗੁਰੂ ਜੀ ਅੱਗੇ ਗਏ ਤਾਂ ਉਹਨਾਂ ਨੇ ਦੇਖਿਆ ਕਿ ਸੂਰ ਇੱਕ ਸੰਘਣੀ ਝਾੜੀ ਵਿੱਚ ਬੈਠਾ ਹੋਇਆ ਸੀ ਤੇ ਜਦੋਂ ਸੂਰ ਨੂੰ ਛੇੜਛਾੜ ਹੁੰਦੀ ਸੁਣਾਈ ਦਿੱਤੀ ਤਾਂ ਉਹ ਭਬਕ ਮਾਰ ਕੇ ਦੌੜ ਪਿਆ। ਤਾਂ ਉਸੇ ਵੇਲੇ ਗੁਰੂ ਜੀ ਨੇ ਪੈਂਦੇ ਖਾਂ ਨੂੰ ਲਲਕਾਰਦਿਆਂ ਹੋਇਆਂ ਕਿਹਾ ਕਿ ਸੂਰ ਬਹੁਤ ਵੱਡਾ ਹੈ, ਭੱਜ ਕੇ ਇਸ ਦਾ ਸ਼ਿਕਾਰ ਕਰ, ਦੇਖੀ ਕਿਤੇ ਚਲਾ ਨਾ ਜਾਵੇ। ਗੁਰੂ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਬਹਾਦਰ ਪੈਂਦੇ ਖਾਂ ਨੇ ਆਪਣਾ ਘੋੜਾ ਸੂਰ ਦੇ ਪਿੱਛੇ ਦੌੜਾ ਲਿਆ। ਥੋੜੀ ਅੱਗੇ ਜਾ ਕੇ ਜਦੋਂ ਪੈਂਦੇ ਖਾਂ ਦਾ ਘੋੜਾ ਸੂਰ ਦੇ ਕੋਲ ਪਹੁੰਚ ਗਿਆ ਤਾਂ ਸੂਰ ਉੱਥੇ ਹੀ ਆਪਣੇ ਆਪ ਰੁਕ ਗਿਆ ਤੇ ਪੈਂਦੇ ਖਾਂ ਨੇ ਆਪਣਾ ਬਰਛਾ ਸੰਭਾਲਿਆ ਤੇ ਸੂਰ ਉੱਤੇ ਵਾਰ ਕੀਤਾ। ਪਰ ਜਿਵੇਂ ਹੀ ਪੈਂਦੇ ਖਾਂ ਨੇ ਸੂਰ ਉੱਤੇ ਵਾਰ ਕੀਤਾ ਤਾਂ ਸੂਰ ਗੁਰ ਗੁਰ ਕਰਦਾ ਪੈਂਦੇ ਖਾਂ ਦੇ ਘੋੜੇ ਵੱਲ ਨੂੰ ਆਇਆ ਤੇ ਘੋੜੇ ਦੀ ਲੱਤ ਨੂੰ ਦੰਦਾਂ ਨਾਲ ਵੱਢ ਖਾਧਾ। ਪੈਂਦੇ ਖਾਂ ਦਾ ਘੋੜਾ ਡਰ ਗਿਆ ਤੇ ਦਰਦ ਨਾਲ ਚਟਪਟਾਉਣ ਲੱਗਾ। ਪੈਂਦੇ ਖਾਂ ਕੋਲੋਂ ਆਪਣਾ ਆਪ ਸੰਭਾਲਿਆ ਨਹੀਂ ਗਿਆ ਤੇ ਉਹ ਵੀ ਘੋੜੇ ਤੋਂ ਥੱਲੇ ਡਿੱਗ ਪਿਆ। ਜਿਵੇਂ ਹੀ ਗੁਰੂ ਜੀ ਨੇ ਇਹ ਸਭ ਦੇਖਿਆ ਤਾਂ ਉਹਨਾਂ ਨੇ ਆਪਣਾ ਘੋੜਾ ਸੂਰ ਵੱਲ ਨੂੰ ਭਜਾਇਆ। ਗੁਰੂ ਜੀ ਦਾ ਘੋੜਾ ਆਪਣੇ ਵੱਲ ਨੂੰ ਆਉਂਦਿਆਂ ਦੇਖ ਕੇ ਸੂਰ ਉੱਥੇ ਹੀ ਜੰਮ ਕੇ ਖਲੋ ਗਿਆ। ਤਾਂ ਸੂਰ ਦਾ ਇਹ ਰੂਪ ਦੇਖ ਕੇ ਪਿੱਛੇ ਖੜੀ ਸਾਰੀ ਫੌਜ ਇਹ ਸੋਚ ਰਹੀ ਸੀ ਕਿ ਗੁਰੂ ਜੀ ਤੋਂ ਬਗੈਰ ਹੋਰ ਕੋਈ ਜਾਣਾ ਵੀ ਇਸ ਨੂੰ ਮਾਰ ਨਹੀਂ ਸਕਦਾ। ਜਿਵੇਂ ਹੀ ਗੁਰੂ ਜੀ ਦਾ ਘੋੜਾ ਸੂਰ ਦੇ ਪਾਸ ਪਹੁੰਚਿਆ ਤਾਂ ਸੂਰ ਨੇ ਗੁਰੂ ਜੀ ਦੇ ਘੋੜੇ ਉੱਪਰ ਵੀ ਵਾਰ ਕਰਨਾ ਚਾਹਿਆ। ਤਾਂ ਗੁਰੂ ਜੀ ਨੇ ਆਪਣੀ ਤੇਜ਼ ਤਲਵਾਰ ਨਾਲ ਸੂਰ ਦੀ ਪਿੱਠ ਉੱਤੇ ਵਾਰ ਕੀਤਾ ਤੇ ਗੁਰੂ ਜੀ ਦੇ ਇੱਕ ਵਾਰ ਨਾਲ ਹੀ ਸੂਰ ਦੇ 2 ਟੋਟੇ ਹੋ ਗਏ ਤੇ ਸੂਰ ਭੱਜਦਾ ਭੱਜਦਾ ਜ਼ਮੀਨ ਉੱਤੇ ਡਿੱਗਾ ਤੇ ਕੁਝ ਹੀ ਪਲਾਂ ਵਿੱਚ ਉਸ ਦੀ ਮੌਤ ਹੋ ਗਈ। ਸੂਰ ਨੂੰ ਮਰਿਆ ਹੋਇਆ ਦੇਖ ਕੇ ਭਾਈ ਸਾਧੂ ਜੀ ਤੇ ਭਾਈ ਭਾਨਾ ਜੀ
ਤੁਰੰਤ ਉੱਥੇ ਪਹੁੰਚ ਗਏ। ਉਹਨਾਂ ਨੂੰ ਸੂਰ ਦੇ ਮੂੰਹ ਵਿੱਚੋਂ ਕਿਸੇ ਮਨੁੱਖ ਦੀ ਰੂਹ ਨਿਕਲਦੀ ਦਿਖਾਈ ਦਿੱਤੀ ਤੇ ਇਹ ਰੂਹ ਸਿਰਫ ਗੁਰੂ ਜੀ ਤੇ ਭਾਈ ਭਾਨੇ ਨੂੰ ਹੀ ਦਿਖਾਈ ਦਿੱਤੀ। ਤੇ ਸੂਰ ਦੇ ਮੂੰਹ ਵਿੱਚੋਂ ਨਿਕਲੀ ਉਸ ਰੂਹ ਨੇ ਆਪਣੇ ਦੋਨੋਂ ਹੱਥ ਜੋੜ ਕੇ ਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ। ਜਦੋਂ ਸੂਰ ਦੀ ਰੂਹ ਬੜੀ ਖੁਸ਼ ਹੋ ਕੇ ਉੱਥੋਂ ਜਾਣ ਲੱਗੀ ਤਾਂ ਭਾਈ ਭਾਨਾ ਜੀ ਨੇ ਉਸ ਨੂੰ ਸਵਾਲ ਕੀਤਾ ਕਿ ਤੂੰ ਕੌਣ ਹੈ, ਮੈਨੂੰ ਆਪਣੀ ਸਾਰੀ ਕਹਾਣੀ ਦੱਸ। ਤਾਂ ਉਸ ਸੂਰ ਦੀ ਰੂਹ ਨੇ ਆਪਣੀ ਸਾਰੀ ਕਹਾਣੀ ਦੱਸੀ ਤੇ ਕਿਹਾ ਕਿ ਮੈਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਸੀ ਤੇ ਇੱਕ ਦਿਨ ਗੁਰੂ ਅਰਜਨ ਦੇਵ ਜੀ ਨੇ ਮੈਨੂੰ ਮਾਤਾ ਗੰਗਾ ਜੀ ਨਾਲ ਬਾਬਾ ਬੁੱਢਾ ਜੀ ਪਾਸ ਪੁੱਤਰ ਦਾ ਵਰ ਲੈਣ ਲਈ ਭੇਜਿਆ। ਤਦ ਬਾਬਾ ਬੁੱਢਾ ਜੀ ਨੇ ਸਹਿਜ ਸੁਭਾਅ ਨਾਲ ਬਚਨ ਕਰ ਦਿੱਤਾ ਕਿ ਅੱਜ ਗੁਰੂ ਕਿਆਂ ਨੂੰ ਕਿੱਧਰੋਂ ਭਾਜੜ ਪਈ ਹੈ। ਤਾਂ ਇਸ ਗੱਲ ਤੇ ਮੈਨੂੰ ਗੁੱਸਾ ਆ ਗਿਆ ਤੇ ਮੈਂ ਆਪਣੇ ਮੂੰਹ ਵਿੱਚ ਗੁਣਗੁਣਾਉਣ ਲੱਗ ਪਿਆ। ਮੇਰੇ ਵੱਲ ਦੇਖ ਕੇ ਬਾਬਾ ਬੁੱਢਾ ਜੀ ਮੈਨੂੰ ਬੋਲੇ ਕਿ ਸੂਰ ਵਾਂਗੂ ਕੀ ਘੁਰ ਕਰ ਰਿਹਾ ਹੈ। ਤਾਂ ਬਾਬਾ ਬੁੱਢਾ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਮੈਂ ਮਨ ਹੀ ਮਨ ਬੜਾ ਪਛਤਾਇਆ, ਕਿਉਂਕਿ ਬਾਬਾ ਬੁੱਢਾ ਜੀ ਦੇ ਮੂੰਹੋਂ ਨਿਕਲੇ ਬਚਨ ਸੱਚ ਹੋ ਜਾਂਦੇ ਹਨ। ਤਾਂ ਮੈਂ ਬੜੀ ਹੀ ਨਿਮਰਤਾ ਨਾਲ ਉਹਨਾਂ ਤੋਂ ਪੁੱਛਿਆ ਕਿ ਬਾਬਾ ਜੀ, ਮੇਰੇ ਸ਼ਰਾਪ ਦਾ ਅੰਤ ਕਦੋਂ ਹੋਵੇਗਾ। ਤਾਂ ਮੇਰੀ ਬੇਨਤੀ ਸੁਣ ਕੇ ਬਾਬਾ ਜੀ ਨੇ ਕਿਰਪਾ ਕੀਤੀ ਤੇ ਉਸ ਵੇਲੇ ਮੈਨੂੰ ਸ਼ਰਾਪ ਦੇ ਅੰਤ ਹੋਣ ਬਾਰੇ ਦੱਸਿਆ ਤੇ ਕਿਹਾ ਕਿ ਗੁਰੂ ਅਰਜਨ ਦੇਵ ਜੀ ਦੇ ਘਰ ਇੱਕ ਪੁੱਤਰ ਜਨਮ ਲਵੇਗਾ, ਜਿਹੜਾ ਕਿ ਸ਼ਸਤਰਧਾਰੀ ਹੋਣ ਦੇ ਕਰਕੇ ਬਹੁਤ ਹੀ ਮਹਾਨ ਯੋਧਾ ਹੋਵੇਗਾ ਤੇ ਉਹ ਇੱਕ ਦਿਨ ਸ਼ਿਕਾਰ ਦੇ ਰੂਪ ਵਿੱਚ ਤੈਨੂੰ ਮਾਰ ਦੇਣਗੇ ਤੇ ਇਸ ਸੂਰ ਦੇ ਸਰੀਰ ਤੋਂ ਮੁਕਤ ਕਰਵਾਉਣਗੇ। ਉਸੇ ਵੇਲੇ ਤੋਂ ਮੈਂ ਸੂਰ ਦੀ ਦੇਹ ਪਾਈ ਹੈ ਤੇ ਹਮੇਸ਼ਾ ਵਡਾਲੀ ਪਿੰਡ ਦੇ ਲਾਗੇ ਚਾਗੇ ਘੁੰਮਦਾ ਰਿਹਾ ਹਾਂ। ਤੇ ਹੁਣ ਗੁਰੂ ਜੀ ਦੀ ਕਿਰਪਾ ਹੋਈ ਹੈ ਤੇ ਉਹਨਾਂ ਨੇ ਸ਼ਿਕਾਰ ਖੇਡਦੇ ਹੋਏ ਮੇਰਾ ਵੀ ਸ਼ਿਕਾਰ ਕਰ ਦਿੱਤਾ ਤੇ ਮੈਨੂੰ ਸੂਰ ਦੀ ਦੇਹ ਤੋਂ ਆਜ਼ਾਦ ਕਰਵਾ ਦਿੱਤਾ ਹੈ। ਇਹ ਕਹਾਣੀ ਦੱਸਣ ਤੋਂ ਬਾਅਦ ਉਸ ਸਿੱਖ ਨੇ ਗੁਰੂ ਜੀ ਤੋਂ ਆਗਿਆ ਲਈ ਤੇ ਉੱਥੋਂ ਚਲਾ ਗਿਆ। ਗੁਰੂ ਜੀ ਨੇ ਇੱਕ ਟੋਆ ਪੁੱਟਵਾਇਆ ਤੇ ਉਸ ਸੂਰ ਦੀ ਮ੍ਰਿਤਕ ਦੇਹ ਨੂੰ ਜ਼ਮੀਨ ਵਿੱਚ ਦਫਨ ਕਰਵਾ ਦਿੱਤਾ ਤੇ ਯਾਦਗਾਰ ਵਜੋਂ ਉਸ ਉੱਤੇ ਇੱਕ ਦਮਦਮੀ ਨਾਮ ਦਾ ਚਬੂਤਰਾ ਬਣਵਾ ਦਿੱਤਾ। ਗੁਰੂ ਪਿਆਰਿਓ, ਜਿਸ ਜਗ੍ਹਾ ਤੇ ਇਹ ਘਟਨਾ ਵਾਪਰੀ ਸੀ ਉਸ ਜਗ੍ਹਾ ਤੇ ਹੁਣ ਦਮਦਮਾ ਸਾਹਿਬ ਗੁਰਦੁਆਰਾ ਸਥਿਤ ਹੈ। ਸਤਨਾਮ ਸ਼੍ਰੀ ਵਾਹਿਗੁਰੂ।